ਵਾਹਿਗੁਰੂ ਜੀ। ਧਨ ਅਕਸਰ ਮਨੁੱਖ ਘਰ ਤੋਂ ਬਾਹਰ ਹੀ ਲੱਭਦਾ ਹੈ। ਪਦਾਰਥਾਂ ਦੀ ਭਾਲ ਮਨੁੱਖ ਬਾਹਰ ਹੀ ਕਰਦਾ ਹੈ। ਇਸੇ ਤੋਂ ਭੁਲੇਖਾ ਪੈ ਜਾਂਦਾ ਹੈ ਸ਼ਾਇਦ ਰੱਬ ਵੀ ਬਾਹਰ ਹੈ, ਪਰਮਾਤਮਾ ਵੀ ਬਾਹਰ ਹੈ। ਚਲੋ ਪਦਾਰਥ ਧਨ ਬਾਜ਼ਾਰ ਦੇ ਚੋਂ ਲੱਭੇਗਾ, ਸ਼ਾਇਦ ਧਰਮ ਪਰਮਾਤਮਾ ਦਾ ਨਾਂ, ਖੁਦਾ ਦਾ ਨਾਂ ਜੰਗਲਾਂ ਦੇ ਚੋਂ ਲੱਭੇਗਾ। ਪਰ ਬਾਬਾ ਫਰੀਦ ਆਪਣੇ ਅਨੁਭਵ ਦੇ ਆਧਾਰ 'ਤੇ ਕਹਿ ਰਹੇ ਨੇ, ਜੰਗਲ ਜੰਗਲ ਦੇ 'ਚ ਭਟਕ ਕੇ ਕੀ ਕੰਡਿਆਂ 'ਚ ਮੂੰਹ ਮਾਰਦਾ ਫਿਰਦਾ ਹੈ, ਉਹ ਤੇ ਤੇਰੇ ਅੰਦਰ ਹੈ। ਤੂੰ ਅੰਦਰ ਝਾਤ ਮਾਰ, ਧਿਆਨ ਦੇ 'ਚ ਜੁੜ, ਉਸ ਦੇ ਨਾਮ ਨੂੰ ਜਪ ਕੇ ਆਪਣੀ ਸੁਰਤ ਨੂੰ ਅੰਤਰਮੁਖੀ ਕਰ, ਤੈਨੂੰ ਉੱਥੇ ਪ੍ਰਾਪਤੀ ਹੋ ਜਾਏਗੀ, ਤੈਨੂੰ ਲੱਭ ਜਾਏਗਾ। ਆਪ ਅਗਾਂਹ ਚੱਲ ਕੇ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਫਰੀਦਾ ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭੋਇਮ, ਅੱਜ ਫਰੀਦੇ ਕੂਜੜਾ ਸੈਕੋ ਹਾਥੀਓ। ਬਾਬਾ ਫਰੀਦ ਬਿਰਧ ਹੋ ਗਏ, ਕਾਇਆ ਨਿਰਬਲ ਹੋ ਗਈ, ਹੱਥ ਕੰਬਣ ਲੱਗ ਪਏ, ਪੈਰਾਂ 'ਚ ਵੀ ਕੰਬੜੀ। ਕਹਿੰਦੇ ਨੇ, ਇਨ੍ਹਾਂ ਛੋਟੀਆਂ ਜੀਆਂ ਲੱਤਾਂ ਦੇ ਨਾਲ ਮੈਂ ਬੜੇ ਬੜੇ ਪਹਾੜਾਂ 'ਤੇ ਡੂੰਗਰਾਂ 'ਤੇ ਭਰਮਣ ਕਰ ਆਉਂਦਾ ਸੀ। ਛਾਲ ਮਾਰ ਕੇ ਮੈਂ ਪਹਾੜਾਂ ਨੂੰ ਅਬੂਰ ਕਰ ਲੈਂਦਾ ਸੀ। ਕੋਲ ਪਿਆ ਕੂਜ਼ਾ, ਵੁਜ਼ੂ ਸਾਜਣਾ ਹੈ, ਪਰ ਕੋਲ ਪਏ ਇਸ ਕੂਜ਼ੇ ਨੂੰ ਵੀ ਚੁੱਕਣਾ ਤੇ ਵੁਜ਼ੂ ਕਰਨਾ ਮੇਰੇ ਲਈ ਔਖਾ ਹੋ ਗਿਆ, ਕਠਿਨ ਹੋ ਗਿਆ। ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਨ ਪਾਸ, ਧ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। रात बहुत लंबी हो गई है और एक सच्चाई है, दुख दे समा बहुत लंबा हो जाता है, सुख दे समा छोटा हो जाता है, परम आनंद दे समा खो जाता है। समय नूं नापण दा ढंग एक बैरूनी है, बाहरों है। हथ ते बनी हुई घड़ी नूं वेख के समा वेखना, धुप छां ਨੂੰ ਵੇਖ ਕੇ ਅੰਦਾਜ਼ਾ ਲਾਣਾ ਹੁਣ ਦਿਨ ਦੇ ਕਿੰਨੇ ਪੈਰ ਹੋ ਚੁੱਕੇ ਨੇ, ਕਿੰਨਾ ਕੁ ਵਕਤ ਹੋ ਗਿਆ। ਤੋ ਵਕਤ ਨੂੰ ਨਾਪਣ ਦਾ ਇੱਕ ਢੰਗ ਬੈਰੂਨੀ ਹੈ, ਵਕਤ ਨੂੰ ਸਮੇਂ ਨੂੰ ਨਾਪਣ ਦਾ ਇੱਕ ਢੰਗ ਅੰਦਰੂਨੀ ਹੈ। ਬਾਹਰ ਦਾ ਤੇ ਇਹ ਹੈ ਕਿ ਸੂਰਜ ਉਦੈ ਹੋ ਰਿਹਾ ਹੈ, ਦਿਨ ਦਾ ਪਹਿਲਾ ਪਹਿਰ ਹੈ, ਸਿਰ ਤੇ ਆ ਗਿਆ ਦੁਪਹਿਰ ਹੈ, ਸੂਰਜ ਢਲ ਗਿਆ ਤੇ ਪਹਿਰ ਹੈ, सूरज गरूब हो गया, रात का चौथा पैर रुखसत हो गया, रात का पहला पैर आरंभ हो गया। ये समय नूं नापण तोलण का बैरूनी ढंग है, पर अंदरूनी ढंग है, दुख दे समा बहुत लंबा हो जाता है। पीड़ा दे वेदना दे हौकियां दे विछोड़े की तपश दे समा बहुत लंबा हो जाता है। सुख दे समा बहुत छोटा हो जाता है और परम आनंद दे समा खो जाता है, समाधि दे समा खो जाता है। पर सब तो वड्डा दुख कित्थे आउंदा है, जिथे कि वक्त बहुत लंबा हो जाता है। विडाणी आस, खुदा नूं छड़ के, एक ईश्वर नूं छड़ के जो होर किसे आस दे उत्ते अपनी जिंदगी बतीत करते हैं। बाबा फरीद कहते हैं, रात बहुत लंबी हो जाती है, समा बहुत लंबा हो जाता है, कटिया कटदा नहीं। धृग तिनां दा जीविया जिन्हां विडाणी आस, जो खुदा नूं छड़ के किसे होर आस ते अपनी जिंदगी बतीत करते हैं, लानत है उन्हां ते। आसा करिए राम की अवरे आस निरास। पातशाह दी बाणी कह रही है, एक दी आसा करिए
ਉਸ 'ਤੇ ਹੀ ਪੂਰਾ ਭਰੋਸਾ ਅਤੇ ਯਕੀਨ ਕਰੀਏ ਤਾਂ ਜੀਵਨ ਦੇ 'ਚ ਸੁੱਖ ਦਾ ਸੂਰਜ ਉਦੇ ਹੋ ਜਾਂਦਾ ਹੈ। ਵਿਡਾਣੀ ਆਸ 'ਤੇ ਜੀਵੀਏ ਤਾਂ ਅੰਧਕਾਰ ਹੀ ਹੈ, ਠੋਕਰਾਂ ਹੀ ਠੋਕਰਾਂ ਹਨ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇਣਿਆ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਘਰ ਦੇ 'ਚ ਪ੍ਰਾਹੁਣੇ ਆ ਗਏ ਨੇ, ਔਰ ਪ੍ਰਾਹੁਣੇ ਵੀ ਮਿੱਤਰ, ਔਰ ਲਾਜ਼ਮੀ ਹੈ ਕਿਸੇ ਸੰਤ ਦੇ ਘਰ ਸੰਤ ਹੀ ਪ੍ਰਾਹੁਣੇ ਆਉਣਗੇ। ਕਿਸੇ ਫਕੀਰ ਦੇ ਘਰ ਫਕੀਰਾਂ ਨੇ ਹੀ ਮਹਿਮਾਨ ਬਣਨਾ ਹੈ। ਤੋ ਆਪ ਕਹਿੰਦੇ ਨੇ ਮਿੱਤਰ ਆਏ ਨੇ ਘਰ ਦੇ 'ਚ, ਜੇ ਮੈਂ ਕੁਝ ਚੀਜ਼ ਛੁਪਾ ਕੇ ਰੱਖ ਦਿੱਤੀ ਹੈ, ਓਲੇ ਕਰ ਦਿੱਤੀ ਹੈ, ਐਸੀ ਹਾਲਤ ਵਿੱਚ ਮੈਨੂੰ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਤਨ ਭਖਦੇ ਹੋਏ ਅੰਗਾਰਿਆਂ 'ਤੇ ਜਲ ਰਿਹਾ ਹੈ। ਭਾਵ ਜਦ ਫਕੀਰ ਦੇ ਘਰ ਫਕੀਰ ਆਵੇ, ਸੱਜਣ ਦੇ ਘਰ ਸੱਜਣ ਆਵੇ, ਕੁਛ ਵੀ ਓਲੇ ਨਹੀਂ ਰੱਖਣਾ ਚਾਹੀਦਾ, ਸਭ ਕੁਝ ਉਸ ਤੋਂ ਸਦਕੇ ਕਰਨਾ ਚਾਹੀਦਾ ਹੈ, ਕੁਰਬਾਨ ਕਰਨਾ ਚਾਹੀਦਾ ਹੈ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ, ਪੈਂਦਾ ਲੋੜੇ ਪੱਟ। ਜੀਵਨ ਕਰਮ ਭੂਮੀ ਹੈ। ਇਸ ਦੇ ਜੋ ਕਰਮਾਂ ਦਾ ਬੀਜ ਬੋਈਏ ਉਹੀ ਕੁਛ ਪੈਦਾ ਹੁੰਦਾ ਹੈ। ਐਸੇ ਕੁਛ ਕਰਮ ਨੇ ਜਿਸ ਤੋਂ ਦੁੱਖ ਪੈਦਾ ਹੁੰਦਾ ਹੈ, ਐਸੇ ਕੁਛ ਕਰਮ ਨੇ ਜਿਸ ਤੋਂ ਆਨੰਦ ਪੈਦਾ ਹੁੰਦਾ ਹੈ। ਕਿਹੜੇ ਕਰਮਾਂ ਤੋਂ ਦੁੱਖ ਪੈਦਾ ਹੁੰਦਾ ਹੈ? ਜਿਨ੍ਹਾਂ ਕੀਤੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਮਿਲ ਗਿਆ, ਕਿਸੇ ਦੂਸਰੇ ਨੂੰ ਦੁੱਖ ਮਿਲ ਗਿਆ, ਇਹਨਾਂ ਕਰਮਾਂ ਤੋਂ ਆਪਣੇ ਲਈ ਵੀ ਦੁੱਖ ਪੈਦਾ ਹੋਵੇਗਾ। ਪਰ ਜਿਨ੍ਹਾਂ ਕਰਮਾਂ ਤੋਂ ਕਿਸੇ ਨੂੰ ਕੁਛ ਮਿਲ ਗਿਆ, ਕੁਛ ਵੀ ਮਿਲਿਆ ਹੋਵੇ, ਗਿਆਨ ਮਿਲਿਆ ਹੋਵੇ, ਕਲਾ ਮਿਲੀ ਹੋਵੇ, ਸਕੂਨ ਮਿਲਿਆ ਹੋਵੇ, ਸ਼ਾਂਤੀ ਮਿਲੀ ਹੋਵੇ, ਧਨ ਮਿਲਿਆ ਹੋਵੇ, ਸੰਪਦਾ ਮਿਲੀ ਹੋਵੇ, ਸੁੱਖ ਮਿਲਿਆ ਹੋਵੇ, ਇੱਜ਼ਤ ਮਾਣ ਮਰਿਆਦਾ ਮਿਲੀ ਹੋਵੇ, ਸਾਡੇ ਜਿਸ ਕਰਮ ਤੋਂ ਜਿਸ ਨੂੰ ਕੁਛ ਮਿਲਿਆ, ਇਸ ਤੋਂ ਸੁੱਖਾਂ ਦੀ ਪ੍ਰਾਪਤੀ ਆਉਂਦੀ ਹੈ। ਪਰ ਸਾਡੇ ਜਿਸ ਕਰਮ ਨੇ ਕਿਸੇ ਦਾ ਕੁਛ ਖੋਹ ਲਿਆ ਔਰ ਕੋਈ ਰੋਣ 'ਤੇ ਮਜਬੂਰ ਹੋ ਗਿਆ, ਦੁਖੀ ਹੋ ਗਿਆ, ਇਹਨਾਂ ਕਰਮਾਂ ਤੋਂ ਸਿਵਾਏ ਦੁੱਖਾਂ ਦੇ ਫਲ 'ਤੇ ਹੋਰ ਕੁਛ ਵੀ ਪ੍ਰਾਪਤ ਨਹੀਂ ਆਉਂਦਾ। ਬਾਬਾ ਫਰੀਦ ਕਹਿੰਦੇ ਨੇ, ਇਹ ਅਜਾਣ ਜੱਟ ਨਾਦਾਨ ਜੱਟ, ਬੀਜਦਾ ਤੇ ਕਿੱਕਰ ਹੈ, ਬੂਟੇ ਤੇ ਕਿੱਕਰਾਂ ਦੇ ਲਾਂਦਾ ਹੈ, ਪਰ ਲੋੜੇ ਦਾਖ ਬਿਜੋਰੀਆਂ। ਬਲੂਚਿਸਤਾਨ ਦਾ ਇੱਕ ਇਲਾਕਾ ਬਿਜੌਰ, ਜਿੱਥੋਂ ਦੀ ਦਾਖ, ਜਿੱਥੋਂ ਦੇ ਅੰਗੂਰ ਬੜੇ ਮਸ਼ਹੂਰ, ਬਹੁਤ ਮਸ਼ਹੂਰ। ਸਵਾਤ ਰਿਆਸਤ ਤੋਂ ਪਰੇ ਦਾ ਇਲਾਕਾ ਬਲੋਚਿਸਤਾਨ, ਲੱਭਦਾ ਹੈ ਬਿਜੌਰੀ ਦਾਖ, ਪਰ ਬੀਜਦਾ ਹੈ ਕਿੱਕਰ, ਮੰਗਦਾ ਹੈ ਰੇਸ਼ਮ, ਪਰ ਕੱਤਦਾ ਹੈ ਉੱਨ। ਭਾਵ ਕਰਮ ਕੁਛ ਕਰਦਾ ਹੈ, ਮੰਗਦਾ ਕੁਛ ਹੈ, ਪਰ ਕੌਣ ਦੱਸੇ? ਆਨੰਦ ਤੇ ਸੁੱਖ ਉਨ੍ਹਾਂ ਹੀ ਕਰਮਾਂ ਤੋਂ ਮਿਲਦਾ ਹੈ ਜਿਸ ਕੀਤੇ ਕਰਮ ਤੋਂ ਕਿਸੇ ਨੂੰ ਸੁੱਖ ਮਿਲੇ, ਕਿਸੇ ਨੂੰ ਆਨੰਦ ਮਿਲੇ। ਉਨ੍ਹਾਂ ਹੀ ਕਰਮਾਂ ਤੋਂ ਆਪਣੇ ਨੂੰ ਆਨੰਦ ਮਿਲਦਾ ਹੈ, ਆਪਣੇ ਨੂੰ ਸੁੱਖ ਮਿਲਦਾ ਹੈ। ਕਿਸੇ ਨੂੰ ਸੁੱਖ ਦਿੱਤੇ ਬਿਨਾਂ ਸੁੱਖ ਪ੍ਰਾਪਤ ਕਰਨਾ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਇਹ ਕੁਝ ਸਮਝਾ ਰਹੇ ਨੇ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ। ਰਸਤੇ 'ਚ ਬਾਰਿਸ਼ ਕਰਕੇ ਬਹੁਤ ਚਿੱਕੜ ਹੈ, ਹਰ ਗਲੀ ਦੇ ਚਿੱਕੜ ਹੈ। ਪਿਆਰੇ ਨੂੰ ਮਿਲਣ ਦੀ ਤਾਂਘ ਹੈ, ਚਿੱਕੜ 'ਚੋਂ ਲੰਘਣਾ ਬੜਾ ਔਖਾ ਹੈ। ਔਰ ਚਿੱਕੜ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ, ਕਿਉਂਕਿ ਬਾਰਿਸ਼
ज़्यादा हो रही है, ज़्यादा हो रही है। ਕਾਸ਼ ਬੈਰੂਨੀ ਗਲੀਆਂ ਦੇ ਚਿੱਕੜ ਹੋਵੇ ਤਾਂ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਕੇ ਗਲੀ ਅਬੂਰ ਕਰ ਸਕਦਾ ਹੈ, ਪਾਰ ਕਰ ਸਕਦਾ ਹੈ। ਪਰ ਇੰਦਰੀਆਂ ਦੀ ਗਲੀ ਦੇ ਚਿੱਕੜ ਹੋਵੇ, ਅੱਖਾਂ ਦੇ ਚਿੱਕੜ ਹੋਵੇ, ਪਰ ਤਰੀਆ ਵੇਖਣ ਦਾ, ਪਰ ਧਨ ਵੇਖਣ ਦਾ, ਕੰਨਾਂ ਦੇ ਚਿੱਕੜ ਹੋਵੇ ਪਰ ਨਿੰਦਾ ਸੁਣਨ ਦਾ, ਰਸਨਾ ਦੇ ਚਿੱਕੜ ਹੋਵੇ ਮਿਥਿਆ ਬੋਲਣ ਦਾ, ਔਰ ਇਸ ਤਰ੍ਹਾਂ ਮਨ ਦੇ ਚਿੱਕੜ ਹੋਵੇ ਗਲਤ ਸੋਚਣ ਦਾ, ਤਾਂ ਕਿਵੇਂ ਲੰਘਿਆ ਜਾਏ, ਕਿਵੇਂ ਬੰਦਗੀ ਕੀਤੀ ਜਾਏ। ਚੱਲਦਾ ਹਾਂ ਕੰਬਲੀ ਭਿੱਜਦੀ ਹੈ, ਭਾਵ ਜਿਤਨਾ ਚੱਲਦਾ ਹਾਂ ਅੰਦਰ ਬਾਰੀਕੀ ਤੇ ਪੈਦਾ ਹੁੰਦੀ ਹੈ, ਪਰ ਉਤਨੀਆਂ ਹੀ ਅੱਖਾਂ ਪਰਤਨ ਤੇ ਪ੍ਰਭਾਵਿਤ ਹੁੰਦੀਆਂ ਨੇ। ਮੂੜ ਮਨੁੱਖ ਇਤਨਾ ਸੁਪਨ ਤੋਂ ਪ੍ਰਭਾਵਿਤ ਨਹੀਂ ਹੁੰਦਾ ਜਿਤਨਾ ਸਿਆਣਾ ਪ੍ਰਭਾਵਿਤ ਹੁੰਦਾ ਹੈ। ਮੂੜ ਬੰਦਾ ਇਤਨਾ ਸੰਸਾਰ ਦੇ ਪਦਾਰਥਾਂ ਤੋਂ ਪ੍ਰਭਾਵਿਤ ਨਹੀਂ ਆਉਂਦਾ ਜਿਤਨਾ ਇੱਕ ਸਿਆਣਾ ਹੁੰਦਾ ਹੈ। ਜਿਤਨੀ ਉਸਦੀ ਸਿਆਣੀ ਅਕਲ ਹੁੰਦੀ ਜਾਏਗੀ, ਜਿਤਨੀ ਉਸਦੀ ਸੋਚ ਸ਼ਕਤੀ ਵੱਧਦੀ ਜਾਏਗੀ, ਉਤਨਾ ਹੀ ਜ਼ਿਆਦਾ ਉਸਦੇ ਉੱਤੇ ਸੰਸਾਰ ਦਾ ਪ੍ਰਭਾਵ ਪੈਂਦਾ ਜਾਏਗਾ, ਕਿਉਂਕਿ ਹਰ ਵਸਤੂ ਦੀ ਉਸਨੂੰ ਸਮਝ ਪੈਂਦੀ ਜਾ ਰਹੀ ਹੈ, ਹਰ ਵਸਤੂ ਦੇ ਰਸ ਦਾ ਉਸਨੂੰ ਪਤਾ ਚੱਲਦਾ ਜਾ ਰਿਹਾ ਹੈ, ਔਰ ਹਰ ਵਸਤੂ ਉਸਨੂੰ ਪ੍ਰਭਾਵਿਤ ਕਰਦੀ ਜਾ ਰਹੀ ਹੈ। ਦੁਨੀਆ ਦੇ ਵਿੱਚ ਸੁਪਨ ਤੋਂ ਪ੍ਰਭਾਵਿਤ ਚੋਟੀ ਦੇ ਮਹਾਨ ਆਲਮ ਫਾਜ਼ਲ ਹੀ ਹੋਏ ਨੇ। ਤਾਂ ਬਾਬਾ ਫਰੀਦ ਕਹਿੰਦੇ ਨੇ, ਅਗਰ ਮੈਂ ਚੱਲਦਾ ਹਾਂ ਤਾਂ ਅੱਖਾਂ ਦਾ ਚਿੱਕੜ ਵੱਧਦਾ ਹੈ, ਕੰਨਾਂ ਦਾ ਚਿੱਕੜ ਵੱਧਦਾ ਹੈ, ਰਸਨਾ ਤੇ ਮਨ ਦਾ ਚਿੱਕੜ ਵੱਧਦਾ ਹੈ, ਤੇ ਜੇ ਨਾ ਚੱਲਾਂ ਤਾਂ ਪਿਆਰ ਟੁੱਟਦਾ ਹੈ, ਖੁਦਾ ਦਾ ਸਨੇਹ ਟੁੱਟਦਾ ਹੈ। ਤਾਂ ਆਖਰ ਫਰੀਦ ਦਾ ਫੈਸਲਾ, ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੈਂ, ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਈ ਨੇ। ਬਾਰਿਸ਼ ਆਉਂਦੀ ਏ ਤੇ ਹੋਣ ਦਿਓ, ਚਿੱਕੜ ਵੱਧਦਾ ਹੈ ਤੇ ਵੱਧਣ ਦਿਓ, ਔਰ ਚਿੱਕੜ ਨਾਲ ਇਹ ਕੰਬਲੀ, ਇਹ ਜੀਵਨ ਦਾ ਝੋਲਾ ਲਿਬੜਦਾ ਹੈ ਤੇ ਲਿਬੜਨ ਦਿਓ। ਖੁਦਾ ਨੂੰ ਯਾਦ ਕਰਦਿਆਂ ਸੰਸਾਰ ਯਾਦ ਆਉਂਦਾ ਹੈ ਤੇ ਆਉਣ ਦਿਓ। ਪਰਮਾਤਮਾ ਨੂੰ ਚੇਤੇ ਕਰਦਿਆਂ ਅਗਰ ਪਦਾਰਥ ਯਾਦ ਆਉਂਦੇ ਨੇ ਤੇ ਆਉਣ ਦਿਓ। ਧਰਮ ਮੰਦਰ ਵਿੱਚ ਜਾਂਦਿਆਂ ਜੇ ਧਨ ਚੇਤੇ ਆਉਂਦਾ ਹੈ ਤੇ ਆਉਣ ਦਿਓ। ਉਸ ਸੋਹਣੇ ਖੁਦਾ ਪਰਮਾਤਮਾ ਨੂੰ ਚੇਤੇ ਕਰਦਿਆਂ ਜੇ ਸੰਸਾਰ ਦਾ ਰੂਪ ਰੰਗ ਪ੍ਰਭਾਵਿਤ ਕਰਦਾ ਹੈ ਤੇ ਕਰਨ ਦਿਓ। ਤੂੰ ਚਲੀ ਜਾ, ਤੂੰ ਜਪੀ ਜਾ, ਇੱਕ ਦਿਨ ਚਿੱਕੜ ਚੋਂ ਲੰਘ ਜਾਏਗਾ, ਇੱਕ ਦਿਨ ਮਿਲਾਪ ਹੋ ਜਾਏਗਾ, ਔਰ ਮਿਲਾਪ ਦੇ ਹੁੰਦਿਆਂ ਹੀ ਸਾਰਾ ਚਿੱਕੜ ਪਿੱਛੇ ਰਹਿ ਜਾਏਗਾ, ਸਾਰੇ ਦੁੱਖ ਸੰਤਾਪ ਪਿੱਛੇ ਰਹਿ ਜਾਣਗੇ। ਆਪਣੇ ਅਨੁਭਵ ਦੇ ਆਧਾਰ 'ਤੇ ਇਹ ਮਹਾਨ ਸੂਫੀ ਸੰਤ ਬਾਬਾ ਫਰੀਦ ਕਹਿ ਰਹੇ ਨੇ ਕਿ ਅਗਰ ਮਨੁੱਖ ਜਪਦਾ ਰਹੇ, ਕਰਦਾ ਰਹੇ ਬੰਦਗੀ, ਤਾਂ ਇੱਕ ਦਿਨ ਇਸ ਚਿੱਕੜ ਨੂੰ ਅਬੂਰ ਕਰ ਜਾਏਗਾ ਔਰ ਉਸ ਨਿਰਮਲ ਸੋਹਣੇ ਖੁਦਾ ਦੀ ਗੋਦ ਦੇ ਜਾ ਬੈਠੇਗਾ। ਆਪ ਅੱਗੇ ਚੱਲ ਕੇ ਆਪਣਾ ਅਮਰ ਕਲਾਮ ਇੰਜ ਹੈ ਪੇਸ਼ ਕਰਦੇ ਨੇ। ਫਰੀਦਾ ਮੈਂ ਭੋਲਾਵਾ ਪਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂ ਨਾ ਜਾਣਈ, ਸਿਰ ਵੀ ਮਿੱਟੀ ਖਾਏ। ਕਿਸੇ ਖਾਨ ਨੇ, ਕਿਸੇ ਪਠਾਨ ਨੇ, ਜਿਸ ਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ, ਫਕੀਰ ਨੂੰ ਇਸ ਲਈ ਸਜਦਾ ਨਹੀਂ ਕੀਤਾ ਕਿਉਂਕਿ ਫਕੀਰ ਜ਼ਮੀਨ 'ਤੇ ਬੈਠਾ ਸੀ, ਮਿੱਟੀ ਦੇ 'ਚ ਬੈਠਾ ਸੀ, ਤਾਂ ਦਸਤਾਰ ਨੇ ਮਿੱਟੀ ਆਲੂਦ ਹੋ ਜਾਣਾ ਸੀ, ਦਸਤਾਰ ਨੇ ਮੈਲੀ ਹੋ ਜਾਣਾ ਸੀ, ਤਾਂ ਮੱਥਾ ਨਹੀਂ ਟੇਕਿਆ, ਕੋਲ ਬੈਠ ਗਿਆ। ਫਰੀਦ ਕਹਿੰਦੇ ਨੇ ਭੋਲੇ ਮਨੁੱਖ ਨੂੰ ਇਤਨਾ ਹੀ ਨਹੀਂ ਪਤਾ,
इतना ख्याल आया पग मैली हो जाएगी, पग नूं मिट्टी लिबड़ जाएगी, पर कौन दसे तूं जिस सिर दे ते पग बनी है, एक दिन ते सिर नूं भी मिट्टी ने खा जाना है। ये सिर भी मिट्टी आलूद हो जाएगा, ये सिर भी मिट्टी हो जाएगा। ये सिर मिट्टी होवे, इस तो पहले तू किसी फकीर दे कदमां दी खाक बन, किसी फकीर दे कदमां दी मिट्टी बन, नहीं तो एक दिन मिट्टी हो जाएगा। अगर फकीर दे कदमां दी तो मिट्टी बन जाए तो अक्सीर बन जाएगा, महान हो जाएगा, नहीं तो एक दिन मिट्टी हो ही जाएगा। आप बड़े सोहने ढंग नाल सुचेत कर रहे हैं। फरीदा शक्कर खंड निवात गुड़, माखियो मांजा दुध, सभे वस्तु मिठियां, रब ना पुजन तुद। आप बारे एक बड़ी सुंदर गाथा है। आपने इस स्मारक ते जो तोरिया है, मां ने तोरिया है। ये ठीक है कि बाबा फरीद दा शाही खानदान नाल भी ताल्लुक है, पैगंबरी खानदान नाल भी ताल्लुक है। जिथे फर्क शाह काबुल दा बादशाह, उसदे आप भतीजे ने, उथे मोहम्मद शाह अब्दुल्ला जो हज़रत अली दे शाही खानदान नाल ताल्लुक रखदा है, हज़रत अली दा रिश्तेदार है, उसकी बच्ची मरियम जो जलालुद्दीन नूं ब्याही गई और उसकी कुख तो आप जन्म लेंदे ने। तो इस तरह पैगंबरी घराने नाल ते शाही घराने नाल आप दा संबंध है। मां बड़ी सतोगुणी है। 7 साल की आप दी उम्र है, बच्चियां च खेड रहे ने। मां आके कहंदी है, ऐ मेरे बच्चे, सवेरे खेडदा है, दोपहरे खेडदा है, शामी खेडदा है, कदी खुदा नूं भी याद कर लिया कर, नमाज भी पढ़ लिया कर। बच्चे दा भोला सुभाव, मां खुदा की देगा। बच्चा लैण दी भाषा जानदा है, देण दी नहीं। एक बच्चे कोल 5 खिडौने होवन, दूसरे कोल 1 होवे, तो सिर्फ इतना कह दईए, बेटा तेरे कोल 5 खिडौने ने, तू 1 उसनूं दे दे, तो ये बच्चा दूसरे दा 1 खोण दी ते कोशिश करेगा, अपने 5 दे चों 1 देण नूं राजी नहीं होवेगा। क्यों? देण दी भाषा जानदा ही नहीं। देण दा सुभाव अजे इस दे अंदर नहीं पैदा होया, खोण दा, लैण दा ही जज्बा है। खुदा की देवेगा। इस सादगी दी मूर्ति मां ने कहा, ऐ मेरे बच्चे, खुदा खंड देवेगा, खजूरां देवेगा, शहद देवेगा, घ्यो देवेगा, मझ दा दुध देवेगा, मिठाई देवेगा। सारियां ही मिठियां चीज़ां दा जद मां ने ना लिया, उस जमाने दी सौगात, फरीद दे मूँह दे च पानी आ गया। मां, तो फिर मैनू नमाज पढ़नी सिखा। मैं पढ़ांगा नमाज। 2 वक्त दी नमाज मां ने इसनू पढ़नी सिखाई। फजर दी नमाज, ईशा दी नमाज, सवेर दी नमाज, शाम दी नमाज। वज़ू करके मुल्ला मुसल्ला विछा के नमाज जद पढ़न लगे, अखा मीट के मां ने मुसल्ले दे थल्ले खजूरां रख दित्तियां ने। नमाज पढ़न तो बाद जैसे मुसल्ला समेटदा है,
ਥੱਲੋਂ ਖਜੂਰਾਂ ਮਿਲੀਆਂ, ਕੱਪੜੇ ਦੇ 'ਚ ਲਿਪਟੀਆਂ ਹੋਈਆਂ। ਪ੍ਰਸੰਨ ਹੋ ਗਿਆ, ਕਹਿੰਦਾ ਖੁਦਾ ਇਹ ਤੇ ਨਕਦ ਸੌਦਾ ਹੈ, ਇਧਰ ਨਮਾਜ਼ ਪੜ੍ਹੋ, ਇਧਰ ਖਜੂਰਾਂ। ਵਿਸ਼ਵਾਸ ਬਚ ਗਿਆ, ਭਰੋਸਾ ਬਚ ਗਿਆ। ਸ਼ਾਮ ਦੀ ਨਮਾਜ਼ ਪੜ੍ਹੀ, ਮਾਂ ਨੇ ਥੱਲੇ ਗੁੜ ਰੱਖ ਦਿੱਤਾ। ਦੂਸਰੇ ਦਿਨ ਨਮਾਜ਼ ਪੜ੍ਹੀ, ਮਾਂ ਨੇ ਥੱਲੇ ਮਿਠਾਈ ਰੱਖ ਦਿੱਤੀ। ਕਦੀ ਕੁਛ ਕਦੀ ਕੁਛ, ਰੋਜ਼ ਇਸ ਬੱਚੇ ਨੂੰ ਸਵੇਰੇ ਸ਼ਾਮ ਪ੍ਰਾਪਤ ਹੋ ਜਾਂਦਾ ਹੈ। ਔਰ ਜਿਤਨਾ ਪ੍ਰਾਪਤ ਹੁੰਦਾ ਜਾ ਰਿਹਾ ਹੈ, ਖੁਦਾਈ ਵਿਸ਼ਵਾਸ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ। ਅੱਜ ਇੱਕ ਅਜੀਬੋ ਗਰੀਬ ਘਟਨਾ ਘਟ ਗਈ। ਇਸ਼ਾ ਦੀ ਨਮਾਜ਼ ਦਾ ਵਕਤ, ਮਾਂ ਵਿਚਾਰੀ ਪਾਣੀ ਭਰਨ ਗਈ ਸੀ। ਪੁਰਾਣਾ ਜ਼ਮਾਨਾ, ਖੂਹ ਤੇ ਪਾਣੀ ਭਰਨ ਗਈ ਹੈ। ਫਰੀਦ ਦੇ ਨਮਾਜ਼ ਪੜ੍ਹਨ ਦਾ ਵਕਤ ਹੋ ਗਿਆ। ਮੁਸੱਲਾ ਵਿਛਾ ਕੇ, ਉਜ਼ੂ ਕਰਕੇ, ਜੁੜ ਕੇ ਨਮਾਜ਼ ਪੜ੍ਹਨ ਲੱਗਿਆ। ਅੱਜ ਮਨ ਜੁੜ ਗਿਆ, ਬੜਾ ਸਰੂਰ ਤਾਰੀ ਹੋਇਆ, ਬੜੀ ਮਸਤੀ ਮਿਲੀ। हैरान होया, खजूर, शहद, मिठाई, ये तो कुछ भी नहीं, ये तो खेड ही कुछ और है। अज मुसल्ला जद चुके है नमाज पढ़न तो बाद, अज ख्याल ही नहीं आया थल्लों कुछ मिठाई लेनी है। क्यों? अज अगम्मी रस की प्राप्ति हो गई, दुनिया ही कुछ और हो गई। नेत्र सज्जल हो गए, अश्कबार होए कि इतने दिन इस रस तो वांझी जिंदगी किस तरह रह गई। ऐना रस, हालांकि उम्र तो कुछ भी नहीं, 7 साल दी, कोई लंबा अरसा बतीत नहीं होया। लोग 80 साल की उम्र भी अजाई गवा छड़ते हैं। लेकिन पश्चाताप जा गया इस अगम्मी रस तो, ये जीवन इतने साल वांझा क्यों रह गया। बैठे ने एक पासे, नेत्र सज्जल, चेहरा होर होया है, अज मस्तक कुछ होर है। मां आ गई है, वो जब देख दिए फरीद नूं ते उहदे कोल देख दिए मुसल्ले नूं, तो ख्याल आया फरीद नमाज पढ़ बैठा है, अज इसनूं खजूरां नहीं मिलियां, अज इसनूं मिठाई नहीं मिली। पता नहीं ये कल तो नमाज पढ़ेगा कि नहीं पढ़ेगा। लगदा इसका भरोसा टुट गया है। इहदियां अखां सज्जल ने, रो रहे है। मां एकदम अंदर भज्जी होई गई। थाल दे च शहद दी कटोरी रखी, लड्डू रखे, खजूरां रखियां, किशमिश रखी, दाख रखी, ते थाली फरीद दे अगों करके कहन लगी, ऐ मेरे बच्चे, अज खुदा नूं जल्दी बड़ी सी और वो मैनू दे गया। उसने मैनू ये आख्या फरीद नूं दे देना। चीख निकल गई फरीद दे मूँह, मां अज ते खुदा मैनू ही दे गया है। रोज़ खुदा तेरे हत्थों मैनू झूठियां खजूरां देंदा सी, अज मैनू सच्ची खजूर मिल गई। खुदा नहीं दे दिती है। तैनू खेचल करन दी हुण लोड़ नहीं, तैनू विचोला बनन दी हुण कोई लोड़ नहीं। खुदा ने सीधा ही मैनू रस दे दिता है। इस वास्ते हुण सब ये चीज़ां बेमैनी ने, फिजूल ने। किहड़ियां? फरीदा शक्कर खंड निवात गुड़, माखियो मांजा दुध, सब्बे वस्तु मिठियां, रब ना पुजन तुद। हे रब, हे खुदा, जो तेरे नाम दे मिठास है, उस दे सामने खजूरां की ने, ये गुड़ की है, ये शक्कर की है, ये शहद की है। तुम बहुत मिठा है, बहुत मिठा है, अत्यंत स्वादी है।
फरीदा रोटी मेरी काठ की, लावण मेरी भुख, जिन्ना खादी चोपड़ी, घणे सहणगे दुख। इस श्लोक बारे ਟੀਕਾਕਾਰਾਂ ਦਾ, ਵਿਚਾਰਕ ਲੋਕਾਂ ਦਾ ਆਪਣਾ ਆਪਣਾ ਮਤ ਹੈ। ਔਰ ਭਗਤ ਮਾਲ ਦੇ 'ਚ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਸਾਖੀਆਂ ਨੇ। ਦਰਅਸਲ ਲੱਕੜ ਦੀ ਰੋਟੀ ਭੁੱਖ ਨਹੀਂ ਮਿਟਾ ਸਕਦੀ। ਲੱਕੜ ਦੀ ਰੋਟੀ ਨੂੰ ਪੇਟ ਤੇ ਬੰਨ੍ਹ ਕੇ ਬਾਬਾ ਫਰੀਦ ਘੁੰਮਦੇ ਰਹੇ। ਇਤਨੀ ਸਿਆਣੀ ਆਤਮਾ, इतना दूर दृष्ट मनुख, इतनी बारीक बीन अकल ऐसा कर्म नहीं कर सकती। फिर ये क्यों कह रहे ने फरीदा रोटी मेरी काठ की। दरअसल डेरे दे अक्सर घरां घरां तो मंगियां हुई रोटियां, भिक्षा दे रोटियां आउंदियां सन। लोकी बची कुची रोटी दे देंदे सन। बाबा फरीद बिरध हो चुके सन, मूँह दे दंद नहीं सन। सुक्की रोटी नूं जैसे मूँह दे पान ते इंज प्रतीत होवे जैसे लक्कड़ नूं मूँह च पा रहे ने। सुक्की रोटी अज भी तशबीह देंदे ने, ये ते लक्कड़ वर्गी है। की खाईए, ये ते लक्कड़ वर्गी है। उसी तशबीह नूं बाबा फरीद वरत रहे ने। एक ते मेरे दंद नहीं, एक ये रोटी सुक्की। रोटी मेरी काठ की, लावण मेरी भुख। लहिंदे पंजाब दे साग सब्जी नूं लावण कहंदे ने, जिहदे नाल ला के रोटी खाई जाए, लावण। मुल्तान, खुशाब, कुंदियाँ, मियाँ वाली, सरगोदा, जंग मंगैणा, डेरा गाजी खान और फ्रंटीयर दे इलाके दे साग सब्जी नूं, दाल भाजी नूं कहंदे ने लावण। बाबा फरीद आप दी बोली पंजाबी और खास करके लहिंदी पंजाबी, लोकल भाषावां दे आपने मनुखता दी झोली दे खुदाई ज्ञान पाया। तो आप कहंदे ने ये जो मैनू भुख लगी है, बस यही मेरा लावण है, यही मेरी साग सब्जी है। धन गुरु नानक देव जी महाराज कहंदे ने रुपे कामे दोस्ती, भुखे सादे गंढ। भुख ते स्वाद दा ही आपस दे तालमेल है, भुख नहीं ते स्वाद कादा। तो बाबा फरीद कहंदे ने जो मेरी साग सब्जी है वो है भुख। ते भुख दे जद मैं सुक्की रोटी खाना स्वादी लगदी है, चंगी लगदी है। जिन्ना खादी चोपड़ी, घणे सहणगे दुख। भुख तो बिना जो चोपड़ी ते होर तरह तरह के पदार्थ खांदे ने पर भुख नहीं है, बहुत दुख सहारनगे। भुख तो बिना खाना दुख ही है। एक एक बुरकी दुख नूं जन्म देगी, एक एक बुरकी रोग नूं जन्म देगी, एक एक बुरकी पीड़ा नूं पैदा करेगी। बाबा फरीद इस श्लोक दे राही यही कुछ समझा रहे ने, जो भुख है बस यही मेरी साग सब्जी है, और इस दे जद मैं सुक्की रोटी खाना तां भी स्वादी लगदी है, पच जाती है, तो शरीर दे अनुकूल बकायदा जो है काम करदी है। पर भुख ही नहीं है, तो तरह तरह के स्वादी ते पौष्टिक खाने खादे गए ने, एक एक बुरकी रोग नूं जन्म देवेगी। भुख तो बिना खाना दुख ही है। ऐसा इस श्लोक दे राही बाबा फरीद जगत नूं ज्ञान दे